ਸਰ ਕਾਰਗਿਲ ਵਿਜੇ ਦਿਵਸ ਅਸੀਂ ਯਾਦ ਕਰਦੇ ਹਾਂ, ਕਿਤੇ ਨਾ ਕਿਤੇ ਉਹ ਮੈਮਰੀਜ਼ ਯਾਦ ਆ ਜਾਂਦੀ ਹੈ ਕਿਉਂਕਿ ਅਸੀਂ ਵੀ ਦੇਖੀ ਹੈ ਤੇ ਤੁਸੀਂ ਤਾਂ ਉੱਥੇ ਸਰਵ ਵੀ ਕੀਤਾ ਹੈ। ਤੁਹਾਡੇ ਲਈ ਕੀ ਕੁਝ ਮਾਇਨੇ ਰੱਖਦੇ ਨੇ ਸਰ ਜਵਾਨਾਂ ਦੀ ਉਹ ਸ਼ਹਾਦਤ ਜਿਨ੍ਹਾਂ ਦੇ ਨਾਂ ਅੱਜ ਵੀ ਜਿਹੜਾ ਹੈ ਵਾਰ ਮੈਮੋਰੀਅਲ ਦੇ ਵਿੱਚ ਸਾਨੂੰ ਨਜ਼ਰ ਆਉਂਦੀਆਂ ਹੈ, ਕਈਆਂ ਉੱਤੇ ਜਿਹੜੀ ਫਿਲਮਾਂ ਵੀ ਬਣ ਚੁੱਕੀਆਂ। कारगिल एक इंडियन आर्मी ਲਈ ਜਾਂ ਇੰਡੀਅਨ ਆਰਮ ਫੋਰਸਿਸ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਰੱਖਦਾ ਕਿਉਂਕਿ 65-71 ਵਾਰ ਜਿਹੜੀ ਹੋਈ ਸੀ ਬੜੇ ਥੋੜੇ ਟਾਈਮ ਲਈ 10 ਦਿਨ 12 ਦਿਨ ਖਤਮ ਹੋ ਗਿਆ ਸੀ। ਕਾਰਗਿਲ ਦਾ ਇੱਕ ਕਸ਼ਮੀਰ ਵਰਗੇ ਇਲਾਕੇ ਦੇ ਮੇਨ ਫੋਕਸ ਸੀਗਾ। ਜੋ ਵੀ ਪਾਕਿਸਤਾਨ ਆਰਮੀ ਨੇ ਪਲਾਨ ਕੀਤਾ ਸੀ ਕਿ सियाचिन ग्लेशियर का बदला लांगे और कारगिल ਨੂੰ ਕੱਟ ਕੇ पूरा सियाचिन जड़ा अपने आप ही सरेंडर कर दिया। उस टाइम पे जिस भी हालत में जो भी वहां था सबने चढ़ाई की और मेरा ख्याल ऐसे कभी नहीं हुआ होगा कि एक के बाद एक पहाड़ पे चढ़ते गए और शहीद होते गए। उन्होंने सोचा नहीं था कि सर्दियों के बाद जब हम ऊपर आके बैठ गए हैं तो इनको उन पहाड़ियों से निकाल सकेगा। 5353 वहां का सबसे ऊंची पहाड़ी है। एक तो ऑक्सीजन कम होती है, दूसरा बॉडी का फटीग इतना होता है और वहां पे कोई आपको अपना राशन पानी ले जाकर वहां रहना, उस गर्मियों में भी माइनस टेम्परेचर होता है, तो ये बहुत ही मतलब डिफिकल्ट टास्क था जो इंडियन आर्मी ने कर दिखाया। उस वेले क्योंकि कम्युनिकेशन करना भी बहुत मुश्किल होंदा सीगा। जवान ਜਿਹੜੇ ਸੀਗੇ ਉਹ ਆਪਣੇ ਆਪਣੇ ਉੱਥੇ ਬੈਰਕ ਤੇ ਸੀਗੇ, ਲੇਕਿਨ ਉਹਨਾਂ ਨੂੰ ਕੋਆਰਡੀਨੇਟ ਕਰਨਾ ਕਿ ਵਾਰ ਹੋਣ ਵਾਲਾ ਹੈ, ਸੰਦੇਸ਼ ਪਹੁੰਚਾਉਣਾ, ਇਹ ਕੰਮ ਕਿੰਨਾ ਕੀ ਜ਼ਿਆਦਾ ਸਰ ਡਿਫਿਕਲਟ ਹੁੰਦਾ ਸੀ ਤੇ ਕੀ ਮੀਡੀਅਮ ਇਸਤੇਮਾਲ ਕੀਤਾ ਜਾਂਦਾ ਸੀ? ਕਿਉਂਕਿ ਇਹ ਜਿਹੜੀ ਲੜਾਈ ਹੁੰਦੀ ਹੈ ਮਾਊਂਟੇਨਸ ਦੀ, ਇਹ ਲੜਾਈ ਜਿਹੜੀ ਹੁੰਦੀ ਹੈ ਆਪਣੀ ਛੋਟੀ ਛੋਟੀ ਟੁਕੜੀਆਂ ਦੀ ਲੜਾਈ। ਛੋਟਾ ਜਿਹਾ ਪੀਕ ਜਿਹੜਾ ਇੱਕ ਛੋਟੀ ਜਿਹੀ ਚੋਟੀ ਨੂੰ ਜਿੱਤਣ ਵਾਸਤੇ ਤੁਹਾਨੂੰ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਂਦਾ, 24 ਘੰਟੇ 2 दिन 3 दिन, कई जगह इतने 15-15 दिन भी लगे। और उतनी ठंड में और इतने दिनों में उनकी बैटरियां डिस्चार्ज हो जाती है। पत्थर के पीछे छुप के दूसरे को इशारा कैसे देते थे, तो ये अपने आप इजाद कर लेते हैं इनोवेशन। और यूनिट के अंदर इतनी कोऑर्डिनेशन होता है कि इनका हर किसी के अपने कोड वर्ड सिग्नल्स पहले से इन्होंने पक्के किए। ਲੇਕਿਨ ਕਈ ਵਾਰੀ ਸਰ ਅਜਿਹੀ ਸਿਚੁਏਸ਼ਨਸ ਵੀ ਆ ਜਾਂਦੀ ਹੈ ਕਿ ਤੁਸੀਂ ਨਹੀਂ ਰੀਚ ਕਰ ਪਾਉਂਦੇ, ਜਿਵੇਂ ਉਸ ਵੇਲੇ ਵੀ ਇਹ ਹੋ ਰਿਹਾ ਸੀਗਾ ਕਿ ਬਾਕੀ ਜੇਕਰ ਫੌਜੀਆਂ ਨੂੰ ਬੁਲਾਣਾ ਹੈ ਉੱਥੇ ਕਿਉਂਕਿ ਕਾਫੀ ਘੱਟ ਸੰਖਿਆ ਸੀਗੀ ਤੇ ਇਹ ਕਹੀਏ ਕਿ ਇੱਕਦਮ ਡਿਸਾਈਡਡ ਨਹੀਂ ਸੀਗਾ ਕਿ ਵਾਰ ਹੋਣੀ ਹੈ। ਅੱਛਾ, ਤੁਸੀਂ ਉਹਦੀ ਗੱਲ ਕਰ ਰਹੇ ਹੋ ਵੀ ਉੱਥੇ ਜੋ ਹਾਜ਼ਰ ਸੀ ਔਰ ਬਾਕੀ ਜੋ ਰੀਇਨਫੋਰਸਮੈਂਟਸ ਆਏ ਨੈਚੁਰਲੀ ਉਹ ਫਿਰ ਬੜੇ ਵੱਡੇ ਉੱਪਰ ਲੈਵਲ ਤੇ ਡਿਸੀਜਨ ਲਿਆ ਜਾਂਦਾ ਹੈ। ਤੇ ਜਦੋਂ ਇਹ ਸਰਪ੍ਰਾਈਜ਼ ਹੋਇਆ ਪਾਕਿਸਤਾਨੀ ਘੁਸਪੈਠੀਏ ਆ ਗਏ, ਬਾਅਦ ਪਤਾ ਲੱਗਿਆ ਕਿ ਉਹਨਾਂ ਦੀ ਨਾਰਥਰਨ ਲਾਈਨ ਇਨਫੈਂਟਰੀ ਦੇ ਜਵਾਨ ਤੇ ਅਫਸਰ ਨੇ ਪੂਰੀ ਪਲੈਨਿੰਗ ਦੇ ਨਾਲ ਆਏ ਹੋਏ ਨੇ। 100 गन कंसेप्ट निकला है कि 100 तोपा इकट्ठियां फायर करती सी डायरेक्ट शूटिंग से जिदा टाइगर हिल या टोलो लिंक से पूरी मेरी किया ताकि दुश्मन जो बंकर बुंकर उन्होंने बनाए सी वो ढह जान। ਅਸਲ ਦੇ ਵਿੱਚ ਸਰ ਕਹੀਏ ਕਿ ਵੈਸੇ ਤਾਂ 1971 ਦੀ ਲੜਾਈ ਵੀ ਹੋਈ ਸੀ, 1965 ਦੀ ਲੜਾਈ ਵੀ ਹੋਈ ਸੀ, ਕੀ ਅਸੀਂ ਜਿਹੜੇ ਦੋ ਵਾਰ ਸੀਗੇ ਉਹਨਾਂ ਤੋਂ ਕੀ ਕੁਝ ਸਿੱਖਿਆ ਸੀ ਜਿਹੜਾ ਅਸੀਂ ਉਸ ਚੀਜ਼ ਨੂੰ ਅਪਲਾਈ ਕਰ ਸਕੀਏ ਕੀਤਾ ਅਸੀਂ 1999 ਦੇ ਵਿੱਚ? 1971 वार का एक ऐसी मिसाल है, प्लान नहीं सी कि इतनी जल्दी टाका जरा गिर जाएगा और सरेंडर हो जाएगा जी, पर वो इस तरीके से हुआ क्योंकि इंडियन एयरफोर्स, इंडियन नेवी, इंडियन आर्मी तीनों ने इकट्ठे काम किया।
ਬੰਦਾ ਜਿਹੜਾ ਉੱਥੇ ਹੁੰਦਾ ਉਹਦੇ ਉੱਤੇ ਹੁੰਦਾ ਜਿੰਨੀ ਉਹਦੀ ਜਾਨ ਹੈ ਦਮ ਹੈ ਪਹਾੜਾਂ ਤੇ ਤਾਂ ਉਹੀ ਚਾਹੀਦਾ ਹੌਸਲਾ ਹੈ ਸ਼ਹੀਦ ਹੋਣ ਦੇ ਲਈ ਤਿਆਰ ਹੋਏ ਬੰਦਾ ਉਹ ਤਾਂ ਸਾਡੀ ਫੌਜ ਹੀ ਹੈ ਇੰਨੇ ਅਫਸਰ ਕਿਸੇ ਆਰਮੀ ਦੇ ਰੇਸ਼ੋ 'ਚ ਨਹੀਂ ਮਰਦੇ ਸੈਕਰੀਫਾਈਸ ਹੁੰਦੇ ਜਿੰਨੇ ਸਾਡੇ ਸ਼ਹੀਦ ਹੋਏ ਕੈਪਟਨ ਸੌਰਵ ਕਾਲੀਆ ਦੇ ਕੇਸ ਦੀ ਗੱਲ ਕਰੀਏ ਅਕਸਰ ਅਜਿਹੇ ਬਥੇਰੇ ਕੇਸ ਨੇ ਜਿੱਥੇ ਹੱਲੇ ਵੀ ਪੇਰੈਂਟਸ ਲੜਾਈ ਲੜ ਰਹੇ ਹੈ ਕਿ ਉਹਨਾਂ ਦੇ ਜਿਹੜੇ ਮੋਰਟਲਸ ਹੈ ਐਟਲੀਸਟ ਉਹ ਤਾਂ ਵਾਪਸ ਕਰ ਦਿਓ ਪਾਕਿਸਤਾਨ ਦੇ ਨਾਲ ਇਹ ਸਰ ਜਿਹੜੀਆਂ ਚੀਜ਼ਾਂ ਹੁੰਦੀਆਂ ਹੈ ਕਿ ਇਹ ਸਰਕਾਰੀ ਲੈਵਲ ਤੇ ਹੁੰਦੀਆਂ ਜਾਂ ਮਿਲਟਰੀ ਦੇ ਆਪਣੇ ਵੀ ਕੋਈ ਰੂਲਸ ਹੁੰਦੇ ਆ ਜਿਸ 'ਚ ਦੂਜੇ ਦੇਸ਼ ਦੀ ਫੌਜ ਦੇ ਨਾਲ ਸਾਂਠ-ਗਾਂਠ ਕਰਕੇ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਹ ਜਿਹੜੇ ਫੋਲੋ ਕੀਤੇ ਜਾਂਦੇ ਹੋਣ ਚਾਹੇ ਉਹਨਾਂ ਦੇ ਜਿਹੜੇ ਜਵਾਨਾਂ ਦੀ ਡੈੱਡ ਬੋਡੀਜ਼ ਹੋਣ ਜਾਂ ਫਿਰ ਸਾਡੇ ਸ਼ਹੀਦਾਂ ਦੇ ਜਿਹੜੀ ਡੈੱਡ ਬੋਡੀਜ਼ ਹੋਣ ਇੱਥੇ ਲਾਉਂਦੇ ਜਿੱਥੇ ਤੱਕ ਇੰਡੀਅਨ ਆਰਮੀ ਦਾ ਸਵਾਲ ਹੈ ਅਸੀਂ ਤਾਂ ਬੜੇ ਕਲੀਅਰ ਹਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਅਸੀਂ ਇਹ ਸਾਰੇ ਜੈਨੇਵਾ ਕਨਵੈਨਸ਼ਨ ਹੈ ਸਾਡੀ ਜਿਹਦੇ ਪ੍ਰਿਜ਼ਨਰ ਆਫ ਵਾਰ ਟ੍ਰੀਟਮੈਂਟ ਦਾ ਪੂਰਾ ਰੂਲਸ ਹੈ ਪਾਲਿਸੀ ਹੈ ਜਿਹਨੂੰ ਅਸੀਂ ਮੰਨਦੇ ਹਾਂ ਇੰਡੀਅਨ ਆਰਮੀ ਇੰਡੀਅਨ ਗਵਰਨਮੈਂਟ ਮੰਨਦੀ ਹੈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਅਸੀਂ ਕਿਸੇ ਵੀ ਪ੍ਰਿਜ਼ਨਰ ਆਫ ਵਾਰ ਨੂੰ ਮਿਸਟ੍ਰੀਟ ਕਰੀਏ ਸੌਰਵ ਕਾਲੀਆ ਦਾ ਕੇਸ ਤਾਂ ਐਕਸਟ੍ਰੀਮ ਸੀਗਾ ਮਿਊਟੀਲੇਟਿਡ ਬਾਡੀ ਭੇਜੀ ਗਈ ਵਾਪਸ ਅਸੀਂ ਤਾਂ ਉਹਨਾਂ ਦੇ ਸ਼ਹੀਦਾਂ ਨੂੰ ਵਾਪਸ ਕਰਨ ਲਈ ਹਾਲੀ ਪਰਸੋਂ ਪੜ੍ਹ ਰਹੇ ਸੀ ਕਿ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਆਪਣੇ ਜਵਾਨ ਵਾਪਸ ਲੈ ਜਾਓ ਤਾਂ ਲੈਣ ਨੂੰ ਤਿਆਰ ਨਹੀਂ ਸੀ ਲੇਕਿਨ ਸਰ ਕਸ਼ਮੀਰ ਦੇ ਇਸ਼ੂ ਨੂੰ ਬਹੁਤ ਜ਼ਿਆਦਾ ਅਸੀਂ ਦੇਖੀਏ ਤਾਂ ਇਹ ਬਹੁਤ ਗੰਭੀਰ ਵੀ ਰਹਿੰਦਾ ਹੈ ਤੇ ਹਮੇਸ਼ਾ ਇਹ ਕੰਟਰੋਵਰਸੀਜ਼ ਦੇ ਵਿੱਚ ਵੀ ਰਹਿੰਦਾ ਹੈ ਆਖਿਰ ਕੀ ਕਾਰਨ ਹੈ ਉੱਥੇ ਘੁਸਪੈਠ ਜ਼ਿਆਦਾ ਹੁੰਦਾ ਹੈ ਇਹ ਕਾਰਨ ਹੈ ਜਾਂ ਹੋਰ ਵੀ ਕੋਈ ਤੁਹਾਨੂੰ ਇਸ਼ੂਜ਼ ਉੱਥੇ ਨਜ਼ਰ ਆਏ ਘੁਸਪੈਠ ਤਾਂ ਉੱਥੇ 47 48 ਤੋਂ ਚੱਲ ਰਿਹਾ ਹੈ ਉਹਦੇ ਬਾਅਦ ਤੋਂ ਪਾਕਿਸਤਾਨ ਨੇ ਤਾਂ ਹਮੇਸ਼ਾ ਹੀ ਸੋਚਿਆ ਨਾ ਕਿ ਅਸੀਂ ਕਸ਼ਮੀਰ ਲੈ ਲਾਂਗੇ ਪਹਿਲਾਂ ਤਾਂ ਉਹਨਾਂ ਨੂੰ ਸੀ ਕਿ ਬਾਈ ਫੋਰਸ ਲੈ ਲਾਂਗੇ ਫਿਰ ਬਾਈ ਘੁਸਪੈਠ ਲੈ ਲਾਂਗੇ ਫਿਰ 99 ਕਾਰਗਿਲ ਕਰਕੇ ਲੈ ਲਾਂਗੇ ਹੁਣ ਹੋਰ ਤਰੀਕੇ ਨਾਲ ਲੈ ਲਾਂਗੇ ਪਰ ਹੁਣ ਉਹ ਮੈਨੂੰ ਲੱਗਦਾ ਹੈ ਰਿਅਲਾਈਜ਼ ਕਰ ਰਹੇ ਨੇ ਦੇਸ਼ ਦੀ ਸੁਰੱਖਿਆ ਦੀ ਜਦ ਵੀ ਗੱਲ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਭਾਰਤੀ ਫੌਜ ਦਾ ਭਾਰਤੀ ਫੌਜ ਦੇ ਵਿੱਚ ਉਹ ਸ਼ੂਰਵੀਰ ਨੇ ਉਹ ਜਵਾਨ ਨੇ ਉਹ ਫੌਜੀ ਨੇ ਜਿਹੜੇ ਕਿ ਆਪਣੇ ਪਰਿਵਾਰ ਤੋਂ ਪਹਿਲਾਂ ਦੇਸ਼ ਨੂੰ ਸਭ ਤੋਂ ਪਹਿਲਾਂ ਰੱਖਦੇ ਹਨ ਉਹਨਾਂ ਦੇ ਕਾਰਨ ਅੱਜ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ ਅੱਜ ਕਾਰਗਿਲ ਵਿਜੇ ਦਿਵਸ ਤੇ ਉਹਨਾਂ ਸਾਰੇ ਸ਼ਹੀਦਾਂ ਨੂੰ ਉਹਨੇ ਸਾਰੇ ਜਵਾਨਾਂ ਨੂੰ ਸਾਡਾ ਸ਼ਤ-ਸ਼ਤ ਪ੍ਰਣਾਮ ਹੈ ਚੰਡੀਗੜ੍ਹ ਦੇ ਸੈਕਟਰ 3 ਸਥਿਤ ਵਾਰ ਮੈਮੋਰੀਅਲ ਤੇ ਖੜੇ ਹੈ ਤੇ ਇੱਥੇ ਜਿਹੜੀ ਦੀਵਾਰਾਂ ਤੇ ਨਾਂ ਲਿਖੇ ਹੈ ਇਹ ਉਹਨਾਂ ਸ਼ੂਰਵੀਰਾਂ ਦੇ ਨਾਂ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਇਹ ਸਿਰਫ ਨਾਂ ਨਹੀਂ ਹੈ ਜੇਕਰ ਤੁਸੀਂ ਦੇਖੋਗੇ ਤੇ ਇੱਥੇ ਵਾਰ ਮੈਮੋਰੀਅਲ ਦੇ ਵਿੱਚ ਹਰ ਇੱਕ ਜੰਗ ਜਿਹੜੀ ਭਾਰਤ ਨੇ ਆਪਣੇ ਦੁਸ਼ਮਣਾਂ ਦੇ ਖਿਲਾਫ ਲੜੀ ਹੈ ਉਸ ਵਿੱਚ ਜਿਨ੍ਹਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ ਉਹਨਾਂ ਦੇ ਨਾਂ ਇੱਥੇ ਲਿਖੇ ਹੋਏ ਨੇ ਚਾਹੇ ਉਹ ਭਾਰਤ ਪਾਕਿਸਤਾਨ ਦੀ 1971 ਦੀ ਲੜਾਈ ਹੋਵੇ 1965 ਦੀ ਲੜਾਈ ਹੋਵੇ ਇੰਡੀਆ ਚਾਈਨਾ ਦੀ ਜਾਂ ਫਿਰ ਕਾਰਗਿਲ ਯਾਨੀ ਕਿ ਆਪਰੇਸ਼ਨ ਵਿਜੇ ਨਾਂ ਦਿੱਤਾ ਗਿਆ ਸੀ ਜਦ 1999 26 ਜੁਲਾਈ ਨੂੰ ਜਿਹੜੇ ਸਾਡੇ ਭਾਰਤੀ ਫੌਜ ਦੀ ਸੈਨਾ ਹੈ ਸਾਡੇ ਜਵਾਨ ਹੈ ਉਹਨਾਂ ਨੇ ਘੱਟ ਗਿਣਤੀ ਦੇ ਵਿੱਚ ਹੋ ਕੇ ਵੀ ਇੰਨੀ ਵੱਡੀ ਜਿੱਤ ਹਾਸਿਲ ਕੀਤੀ ਪਾਕਿਸਤਾਨ ਦੇ ਖਿਲਾਫ ਤੇ ਉਸ ਵੇਲੇ ਜਿਹੜਾ ਆਪਰੇਸ਼ਨ ਸੀਗਾ ਉਸ ਨੂੰ ਨਾਂ ਦਿੱਤਾ ਗਿਆ ਸੀ ਆਪਰੇਸ਼ਨ ਵਿਜੇ ਲੇਕਿਨ ਆਪਰੇਸ਼ਨ ਵਿਜੇ ਤੋਂ ਪਹਿਲਾਂ ਕੀ ਕੁਝ ਹਾਲਾਤ ਕਾਰਗਿਲ ਦੇ ਰਹੇ ਤੇ ਕਾਰਗਿਲ ਦੇ ਵਿੱਚ ਕੀ ਕੁਝ ਹੋਇਆ ਅੱਜ ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਦੱਸਣਗੇ ਕਿ ਆਖਿਰ ਉਸ ਵੇਲੇ ਦਾ ਮਾਹੌਲ ਕੀ ਕੁਝ ਸੀਗਾ ਅਸੀਂ ਕਾਰਗਿਲ ਬਾਰੇ ਜਾਣਦੇ ਬਹੁਤ ਹੈ ਲੇਕਿਨ ਸਿਰਫ ਯਾਦ ਉਸ ਵੇਲੇ ਕਰਦੇ ਨਹੀਂ ਜਦ ਉਹ ਦਿਨ ਆਉਂਦਾ ਹੈ ਆਖਿਰ ਕਿਉਂ ਜਿਹੜਾ ਹੈ ਭਾਰਤੀ ਫੌਜ ਦੇ ਵਿੱਚ ਅਸੀਂ ਜਿਹੜੇ ਕੁਰਬਾਨੀਆਂ ਉਹਨਾਂ ਨੂੰ ਸਿਰਫ ਇੱਕ ਦਿਨ ਦੇ ਲਈ ਯਾਦ ਰੱਖਦੇ ਹਾਂ ਇਹਨਾਂ ਸਾਰੇ ਮਸਲਿਆਂ ਤੇ ਅੱਜ ਚਰਚਾ ਵੀ ਕਰਾਂਗੇ ਕਾਰਗਿਲ ਵਿਜੇ ਦਿਵਸ ਦੀ ਜਦ ਵੀ ਗੱਲ ਹੁੰਦੀ ਹੈ ਤੇ ਕਿਤੇ ਨਾ ਕਿਤੇ ਉਹ ਦਿਨ ਯਾਦ ਆ ਜਾਂਦਾ ਹੈ ਜਦ ਕਾਰਗਿਲ ਨੂੰ ਫਤਿਹ ਕੀਤਾ ਗਿਆ ਸੀ ਆਪਰੇਸ਼ਨ ਵਿਜੇ ਅੱਜ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਜਦ ਵੀ ਉਸ ਦੀ ਗੱਲ ਹੁੰਦੀ ਹੈ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਉਹ ਮੰਜ਼ਰ ਯਾਦ ਆ ਜਾਂਦਾ ਹੈ ਜਦ ਸਾਡੇ ਜਵਾਨਾਂ ਨੇ ਸ਼ਹਾਦਤ ਦਿੱਤੀ ਕੀ ਮਾਇਨੇ ਰੱਖਦੇ ਨੇ ਜਿਹੜੇ ਜਵਾਨ ਨੇ ਸਾਡੇ ਫੌਜੀ ਨੇ ਇਸ ਦਿਨ ਦੇ ਇਹ ਸਾਰੀ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਰਿਟਾਇਰਡ ਬ੍ਰਿਗੇਡੀਅਰ ਨੇ ਜੀਐਸ ਅਰੋੜਾ ਜੀ ਸਰ ਬਹੁਤ ਬਹੁਤ ਸਵਾਗਤ ਹੈ ਸਾਂਝਾ ਟੀਵੀ ਦੇ ਵਿੱਚ
ਸਰ ਕਾਰਗਿਲ ਵਿਜੇ ਦਿਵਸ ਅਸੀਂ ਯਾਦ ਕਰਦੇ ਹਾਂ, ਕਿਤੇ ਨਾ ਕਿਤੇ ਉਹ ਮੈਮਰੀਜ਼ ਯਾਦ ਆ ਜਾਂਦੀ ਹੈ ਕਿਉਂਕਿ ਅਸੀਂ ਵੀ ਦੇਖੀ ਹੈ ਤੇ ਤੁਸੀਂ ਤਾਂ ਉੱਥੇ ਸਰਵ ਵੀ ਕੀਤਾ ਹੈ। ਤੁਹਾਡੇ ਲਈ ਕੀ ਕੁਝ ਮਾਇਨੇ ਰੱਖਦੇ ਨੇ ਸਰ ਜਵਾਨਾਂ ਦੀ ਉਹ ਸ਼ਹਾਦਤ ਜਿਨ੍ਹਾਂ ਦੇ ਨਾਂ ਅੱਜ ਵੀ ਜਿਹੜਾ ਹੈ ਵਾਰ ਮੈਮੋਰੀਅਲ ਦੇ ਵਿੱਚ ਸਾਨੂੰ ਨਜ਼ਰ ਆਉਂਦੀਆਂ ਹੈ, ਕਈਆਂ ਉੱਤੇ ਜਿਹੜੀ ਫਿਲਮਾਂ ਵੀ ਬਣ ਚੁੱਕੀਆਂ ਨੇ। ਮੈਮ ਕਾਰਗਿਲ ਇੱਕ ਇੰਡੀਅਨ ਆਰਮੀ ਲਈ ਜਾਂ ਇੰਡੀਅਨ ਆਰਮ ਫੋਰਸਿਸ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਰੱਖਦਾ ਕਿਉਂਕਿ 65-71 ਵਾਰ ਜਿਹੜੀ ਹੋਈਆਂ ਸੀ ਬੜੇ ਥੋੜੇ ਟਾਈਮ ਲਈ 10 ਦਿਨ 12 ਦਿਨ ਖਤਮ ਹੋ ਗਈਆਂ ਸੀ। ਔਰ ਸਾਡੇ ਇਸ ਵੈਸਟਰਨ ਸਾਈਡ ਤੇ ਜਿਹੜਾ ਸੀਗਾ ਕਿ ਕਾਰਗਿਲ ਦਾ ਇੱਕ ਕਸ਼ਮੀਰ ਵਰਗੇ ਇਲਾਕੇ ਤੇ ਮੇਨ ਫੋਕਸ ਸੀਗਾ ਕਿਉਂਕਿ ਸਾਰਾ ਇਹ ਦਾਰੋ ਮਦਾਰ ਇਹਦਾ ਸੀਗਾ। ਜੋ ਵੀ ਪਾਕਿਸਤਾਨ ਆਰਮੀ ਨੇ ਪਲਾਨ ਕੀਤਾ ਸੀ ਕਿ ਸਿਆਚਿਨ ਗਲੇਸ਼ੀਅਰ ਦਾ ਬਦਲਾ ਲਾਂਗੇ ਔਰ ਕਾਰਗਿਲ ਨੂੰ ਕੱਟ ਕੇ ਪੂਰਾ ਸਿਆਚਿਨ ਜਿਹੜਾ ਆਪਣੇ ਆਪ ਹੀ ਸਰੈਂਡਰ ਕਰ ਜਾਏਗਾ। ਇਹ ਇੰਨੀ ਵੱਡੀ ਪਲਾਨ ਉਹਦੇ ਦਿਮਾਗ ਤੇ ਸੀ ਜਨਰਲ ਮੁਸ਼ਰਫ ਦੇ ਉਸ ਟਾਈਮ। ਪਹਿਲਾਂ ਵੀ ਉਹਨਾਂ ਨੇ ਬਣਾਈ ਸੀ ਜਦੋਂ ਪ੍ਰਾਈਮ ਮਿਨਿਸਟਰ ਬੇਨਜ਼ੀਰ ਭੁੱਟੋ ਹੁੰਦੇ ਸੀਗੇ, ਪਰ ਉਹਨਾਂ ਨੇ ਇਹਨੂੰ ਨਹੀਂ ਹੋਣ ਦਿੱਤਾ ਸੀ। ਤੇ ਜਦੋਂ ਘੁਸਪੈਠੀਏ ਦੇ ਰੂਪ ਵਿੱਚ ਫੌਜੀਆਂ ਨੂੰ ਭੇਜਿਆ, ਅਸੀਂ ਪਹਿਲਾਂ ਸ਼ੁਰੂ ਵਿੱਚ ਤਾਂ ਬਹੁਤ ਇੱਕ ਤਰੀਕੇ ਦਾ ਸਰਪ੍ਰਾਈਜ਼ ਹੀ ਸੀਗਾ। ਤੇ ਤੁਸੀਂ ਚੀਫ ਸਾਹਿਬ ਨੂੰ ਵੀ ਸੁਣੋ, ਜਨਰਲ ਮਲਿਕ ਸਾਹਿਬ ਉਹ ਕਹਿੰਦੇ ਸੀ ਕਿ एकदम मेरे को इतना सरप्राइज लगा कि हो कैसे गया। वो तो बाहर विजिट पे थे उस टाइम, मेरे ख्याल पोलैंड में थे और हम लोग थे। तो उस टाइम पे जिस भी हालत में जो भी वहां था सबने चढ़ाई की और मेरा ख्याल ऐसे कभी नहीं हुआ होगा कि एक के बाद एक पहाड़ पे चढ़ते गए और शहीद होते गए जब तक कि इंडियन एयरफोर्स सारा कुछ इकट्ठा नहीं हुआ। और फाइनली उन्होंने सोचा नहीं था कि सर्दियों के बाद जब हम ऊपर आके बैठ गए हैं कोई उनको उन पहाड़ियों से निकाल सकेगा। जो उसने भी वहां पे कभी सर्व किया है जैसे मैंने किया 5353 मेरे को याद 82 में गया था मैं 5353 वहां का सबसे ऊंची पहाड़ी है और चढ़ने में मतलब एक तो ऑक्सीजन कम होती है, दूसरा बॉडी का फटीग इतना होता है और वहां पे कोई आपका अपना राशन पानी ले जाकर वहां रहना, उस गर्मियों में भी माइनस टेम्परेचर होता है। तो ये बहुत ही मतलब डिफिकल्ट टास्क था जो इंडियन आर्मी ने कर दिखाया, पर उसके लिए हमने कम से कम 500 अपने अफसर और जवानों को शहीद होना पड़ा उसके लिए। सर तुसी क्या 5353 ਜਿਹੜੀ ਜਿੰਨੀ ਚੜਾਈ ਚੜਦੇ ਰਹਿੰਦੇ ਸੀਗੇ ਉਹ ਨਾਂ ਕਿੱਦਾਂ ਦਿੰਦੇ ਸੀ ਸਰ? ਉਹ ਇਹ ਹਾਈਟ ਹੈ 533 4795 4 हाइट्स के लिए मैप्स के ऊपर मार्क किया जाता है मीटर्स, तो उस हिसाब से है वो हाइट का अलग अलग क्योंकि उनके नाम नहीं है। हर चोटी ਦੇ ਨਾਲ ਅਸੀਂ ਕੋਈ ਨਾ ਕੋਈ ਇਦਾਂ ਦਾ ਪੁਆਇੰਟ ਜਿੱਦਾਂ ਹੁਣ ਟਾਈਗਰ ਹਿਲ ਦਾ ਚਲੋ ਨਾਂ ਦੇ ਦਿੱਤਾ ਕਿਸੇ ਨੇ, ਪਰ ਜਿੱਦਾਂ ਤੋਲੋ ਲਿੰਗ ਹੈ ਉਹ ਵੀ ਨਾਮ ਹੈਗਾ। ਕੁਝ ਪੁਰਾਣੇ ਨਾਮ ਨੇ ਜਿਹੜੇ ਉੱਥੇ ਦੇ ਲੋਕਲ ਲੋਕ ਬੋਲਦੇ ਨੇ, ਕੁਝ ਆਰਮੀ ਨੇ ਦੇ ਦਿੱਤੇ ਜਿਨ੍ਹਾਂ ਦੇ ਨਾਂ ਨਹੀਂ ਆ ਉਹਨਾਂ ਨੂੰ ਫਿਰ ਪੁਆਇੰਟਸ ਦੇ ਨਾਲ ਹਾਈਟਸ ਦੇ ਹਿਸਾਬ ਨਾਲ ਅਸੀਂ ਆਪਣੇ ਮੈਪਸ ਦੇ ਹਿਸਾਬ ਨਾਲ ਉਹਨੂੰ ਫਿਰ ਰੱਖਦੇ ਹਾਂ। ਸਰ ਉਸ ਵੇਲੇ ਕਿਉਂਕਿ ਕਮਿਊਨੀਕੇਸ਼ਨ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ ਸੀਗਾ, ਜਵਾਨ ਜਿਹੜੇ ਸੀਗੇ ਉਹ ਆਪਣੇ ਉੱਥੇ ਬੈਰਕ ਤੇ ਸੀਗੇ, ਲੇਕਿਨ ਉਹਨਾਂ ਨੂੰ ਕੋਆਰਡੀਨੇਟ ਕਰਨਾ ਕਿ ਵਾਰ ਹੋਣ ਵਾਲਾ ਹੈ, ਸੰਦੇਸ਼ ਪਹੁੰਚਾਉਣਾ, ਇਹ ਕੰਮ ਕਿੰਨਾ ਕੀ ਜ਼ਿਆਦਾ ਸਰ ਡਿਫਿਕਲਟ ਹੁੰਦਾ ਸੀ ਤੇ ਕੀ ਮੀਡੀਅਮ ਇਸਤੇਮਾਲ ਕੀਤਾ ਜਾਂਦਾ ਸੀ? ਮੈਡਮ ਜਿਹੜਾ ਨਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿਉਂਕਿ ਇਹ ਜਿਹੜੀ ਲੜਾਈ ਹੁੰਦੀ ਹੈ ਮਾਊਂਟੇਨਸ ਦੀ, ਇਹ ਲੜਾਈ ਜਿਹੜੀ ਹੁੰਦੀ ਹੈ ਆਪਣੀ ਛੋਟੀ ਟੁਕੜਿਆਂ ਦੀ ਲੜਾਈ ਹੁੰਦੀ ਹੈ ਕਿਉਂਕਿ ਇੱਕ ਛੋਟਾ ਜਿਹਾ ਪੀਕ ਜਿਹੜਾ ਇੱਕ ਛੋਟੀ ਜਿਹੀ ਚੋਟੀ ਨੂੰ ਜਿੱਤਣ ਵਾਸਤੇ ਤੁਹਾਨੂੰ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਂਦਾ, 24 ਘੰਟੇ 2 दिन 3 दिन ਕਈ ਜਗ੍ਹਾ ਇੱਥੇ 15 दिन ਵੀ ਲੱਗੇ। ਔਰ ਉਹਦੇ ਲਈ ਫਿਰ ਹੁੰਦਾ ਕੀ ਹੈ ਕਿ ਜਿਹੜੇ अगर आप 20 प्लाटून है 30 है बंदे तो उसका जो हर कोई रेडियो सेट लेके तो चलते हैं जी, पर उतनी ठंड में और इतने दिनों में उनकी बैटरियां डिस्चार्ज हो जाती हैं। स्पेयर बैटरी रखते हैं, स्पेयर बैटरियां वो भी खत्म हो जाती हैं, पर फिर कई तरीके आपस में इतनी इनोवेट करते हैं लोग। आप जब देखो इनकी कहानियां अपने विक्रम बत्रा की, मनोज पांडे की, तो कैसे कोऑर्डिनेट करते थे, एक एक पत्थर के पीछे छुप के दूसरे को इशारा कैसे देते थे, तो ये अपने आप इजाद कर लेते हैं इनोवेशन। और यूनिट के अंदर इतनी कोहेजन होता है कि इनका हर किसी के अपने कोड वर्ड सिग्नल्स पहले से इन्होंने पक्के किए होते हैं।
ਸਰ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਕਮਿਊਨੀਕੇਸ਼ਨ ਦੇ ਲਈ ਜਿਹੜੀ ਮਾਧਿਅਮ ਇਸਤੇਮਾਲ ਕੀਤਾ ਜਾਂਦਾ ਹੈ, ਲੇਕਿਨ ਕਈ ਵਾਰੀ ਸਰ ਅਜਿਹੀ ਸਿਚੁਏਸ਼ਨਸ ਵੀ ਆ ਜਾਂਦੀ ਹੈ ਕਿ ਤੁਸੀਂ ਨਹੀਂ ਰੀਚ ਕਰ ਪਾਉਂਦੇ। ਜਿਵੇਂ ਉਸ ਵੇਲੇ ਵੀ ਇਹ ਹੋ ਰਿਹਾ ਸੀਗਾ ਕਿ ਬਾਕੀ ਜੇਕਰ ਫੌਜੀਆਂ ਨੂੰ ਬੁਲਾਣਾ ਹੈ ਉੱਥੇ, ਕਿਉਂਕਿ ਕਾਫੀ ਘੱਟ ਸੰਖਿਆ ਸੀਗੀ ਤੇ ਇਹ ਕਹੀਏ ਕਿ ਇੱਕਦਮ ਡਿਸਾਈਡਡ ਨਹੀਂ ਸੀਗਾ ਕਿ ਵਾਰ ਹੋਣੀ ਹੈ। ਅੱਛਾ, ਤੁਸੀਂ ਉਹਦੀ ਗੱਲ ਕਰਦੇ ਹੋ ਵੀ ਉੱਥੇ ਜੋ ਹਾਜ਼ਰ ਸੀ ਔਰ ਬਾਕੀ ਜੋ ਰੀਇਨਫੋਰਸਮੈਂਟ ਆਈਆਂ ਨੈਚੁਰਲੀ ਉਹ ਫਿਰ ਬੜੇ ਵੱਡੇ ਉੱਪਰ ਲੈਵਲ ਤੇ ਡਿਸੀਜਨ ਲਿਆ ਜਾਂਦਾ ਹੈ ਕਿ ਜਦੋਂ ਉੱਥੇ ਹੋਇਆ, ਉੱਥੇ ਸਾਡੀ ਇੱਕ ਬ੍ਰਿਗੇਡ ਹੁੰਦੀ ਸੀਗੀ ਇਕੱਲੀ, ਤੇ ਉਹ ਬ੍ਰਿਗੇਡ ਕਿੰਨਾ ਲੰਬਾ, ਪਤਾ ਨਹੀਂ ਕਿੰਨੇ 100 ਕਿਲੋਮੀਟਰ ਦੇ ਏਰੀਏ 'ਚ ਉਹ ਇੱਕ ਬ੍ਰਿਗੇਡ ਸੀ ਜੀ। ਤੇ ਜਦੋਂ ਇਹ ਸਰਪ੍ਰਾਈਜ਼ ਹੋਇਆ, ਪਾਕਿਸਤਾਨੀ ਘੁਸਪੈਠੀਏ ਆ ਗਏ, ਬਾਅਦ 'ਚ ਪਤਾ ਲੱਗਿਆ ਕਿ ਉਹਨਾਂ ਦੀ ਨਾਰਥਰਨ ਲਾਈਨ ਇਨਫੈਂਟਰੀ ਦੇ ਜਵਾਨ ਤੇ ਅਫਸਰ ਨੇ ਪੂਰੀ ਪਲੈਨਿੰਗ ਦੇ ਨਾਲ ਆਏ ਹੋਏ ਨੇ ਔਰ ਸਰਦੀਆਂ 'ਚ ਆ ਕੇ ਬੈਠ ਗਏ ਨੇ ਉੱਪਰ, ਔਰ ਸਰਦੀਆਂ 'ਚ ਉਹ ਪੋਸਟਾਂ ਖਾਲੀ ਕੀਤੀਆਂ ਜਾ ਜਾਂਦੀਆਂ, ਉਹ ਵੀ खाली करते हैं, ਅਸੀਂ भी खाली करते हैं और ये रूटीन है जी। आज की डेट पे कारगिल में पूरी सर्दी आप बैठते, हाइट इतनी पे, मतलब अभी रास्ते बन गए ने, कई कुछ हो गया, ਉਹਦੇ ਰਾਸ਼ਨ ਰੱਖ ਲਿਆ ਜਾਂਦਾ ਤੇ ਪੂਰੀ ਸਰਦੀਆਂ ਕੱਟਦੇ ਨੇ, ਪਰ ਉਦੋਂ ਨਹੀਂ ਕੱਟਦੇ ਸੀ, ਉਦੋਂ ਥੱਲੇ ਆ ਜਾਂਦੇ ਸੀ। ਤਾਂ ਉਹ ਸਰਪ੍ਰਾਈਜ਼ ਜਦੋਂ ਹੋਇਆ, ਫਿਰ ਇੰਡੀਅਨ ਆਰਮੀ ਨੇ ਰੀਇਨਫੋਰਸਮੈਂਟਸ ਇਹ ਪੂਰੀ ਡਿਵੀਜ਼ਨ ਮੂਵ ਕੀਤੀ ਉੱਥੇ, ਡਿਵੀਜ਼ਨ ਦੇ ਨਾਲ ਜੀਓਸੀ ਮੂਵ ਕੀਤੇ, ਸੈਕਟਰ ਬਣਾਏ ਗਏ। ਤੋਪਾਂ ਮੈਂ ਆਰਟਲਰੀ ਤੋਂ ਆ, ਬੋਫਰਸ ਗਨ ਦਾ ਤੁਸੀਂ ਸੁਣਿਆ ਹੋਣਾ, ਹੈਵੀ ਮੋਟਰਸ, ਬੋਫਰਸ 105 ਇਹ ਸਾਰੇ ਲੱਗੇ ਸੀ ਉੱਥੇ। ਔਰ ਮੇਨ ਕਮਿਊਨੀਕੇਸ਼ਨ ਜਿਹੜੀ ਲੋਡ ਪੈਂਦੀ ਹੈ, ਜਿਹਦੀ ਗੱਲ ਤੁਸੀਂ ਕਹਿ ਰਹੇ ਸੀ, ਜੇ ਬੰਦਾ ਇੱਕ ਉੱਪਰ ਬੈਠਾ ਹੈ ਬੰਕਰ ਤੇ ਅਟੈਕ ਕਰ ਰਿਹਾ ਔਰ ਥੱਲੋਂ ਉਹਨੂੰ ਸਪੋਰਟ ਚਾਹੀਦੀ ਹੈ ਤੋਪਾਂ ਦੀ, ਬਿਕੋਜ਼ ਉਹ ਗੋਲੇ ਤਾਂ ਫਿਰ ਉੱਥੇ ਹੀ ਗਿਰਨਗੇ ਜਿੱਥੇ ਤੁਸੀਂ ਚਾਹੋਗੇ ਐਸੇ ਕਿ ਦੁਸ਼ਮਣ ਦਾ ਬੰਕਰ ਹੈ, ਤਾਂ ਉਹਦੇ 'ਚ ਗਲਤੀ ਨਹੀਂ ਕਰ ਸਕਦੇ। ਬਿਲਕੁਲ ਐਗਜ਼ੈਕਟ ਲੋਕੇਸ਼ਨਸ ਫਿਰ ਪਾਸ ਹੁੰਦੀਆਂ ਨੇ ਰੇਡੀਓ ਸੈੱਟ ਦੇ ਉੱਤੇ, ਰੇਡੀਓ ਸੈੱਟ ਜੈਮ ਵੀ ਹੁੰਦੇ ਨੇ, ਐਨੀਮੀ ਵੀ ਇੰਟਰਸੈਪਟ ਕਰ ਲੈਂਦਾ, ਪਰ ਕੋਈ ਨਾ ਕੋਈ ਤਰੀਕਾ ਕਰਕੇ ਉੱਥੇ ਤਾਂ 100 ਗਨ ਕਨਸੈਪਟ ਇੱਕ ਨਿਕਲਿਆ ਸੀ, 100 ਤੋਪਾਂ ਇਕੱਠੀਆਂ ਫਾਇਰ ਕਰਦੀਆਂ ਸੀਗੀਆਂ ਜੀ, ਡਾਇਰੈਕਟ ਸ਼ੂਟਿੰਗ ਤੇ, ਜਿਵੇਂ ਟਾਈਗਰ ਹਿੱਲ ਜਾਂ ਟੋਲੋ ਲਿੰਕ ਤੇ ਗੋਲੀਬਾਰੀ ਕੀਤਾ, ਤਾਂ ਕਿ ਦੁਸ਼ਮਣ ਨੂੰ ਜਿਹਨੇ ਬੰਕਰ ਉਹਨਾਂ ਨੇ ਬਣਾਏ ਸੀ ਉਹ ਢਹਿ ਜਾਣ, ਮੋਰਲ ਡਾਊਨ ਹੋ ਜਾਏ ਔਰ ਕੁਝ ਕੈਜੁਅਲਟੀਜ਼ ਹੋ ਜਾਣ, ਤਾਂ ਕਿ ਫਿਰ ਆਪਣੇ ਬੰਦੇ ਆਰਾਮ ਸੇ ਉਸਕੋ ਕੈਪਚਰ ਕਰ ਸਕਣ। ਸਰ ਤੁਹਾਨੂੰ ਕਦ ਪਤਾ ਲੱਗਿਆ ਸੀਗਾ, ਹਾਲਾਂਕਿ ਤੁਸੀਂ ਉੱਥੇ ਤਾਂ ਨਹੀਂ ਸੀਗੇ, ਲੇਕਿਨ ਤੁਹਾਨੂੰ ਕਦ ਪਤਾ ਲੱਗਿਆ ਸੀ? ਐਕਚੁਅਲੀ ਮੈਂ ਉਸ ਟਾਈਮ ਤੇ ਇੰਸਟ੍ਰਕਟਰ ਸੀ, ਪ੍ਰੀ ਸਟਾਫ ਕੋਰਸ ਹੁੰਦਾ, ਤਾਂ ਮੈਂ ਕਰ ਰਿਹਾ ਸੀ ਦੇਹਰਾਦੂਨ, ਉਹਦੇ ਤੇ ਮੈਂ ਪੜ੍ਹਾ ਰਿਹਾ ਸੀਗਾ, ਤੇ ਉਹਨੂੰ ਫਿਰ ਕੈਂਸਲ ਕੀਤਾ ਗਿਆ, ਉੱਥੋਂ ਸਾਨੂੰ ਰਸ਼ ਕੀਤਾ ਗਿਆ। ਮੇਰੀ ਉਦੋਂ ਰੈਜੀਮੈਂਟ ਸੀਗੀ, ਫਿਰ ਅਸੀਂ ਅਲਵਰ ਸੀਗੇ, ਉੱਥੋਂ ਸਾਨੂੰ ਮੂਵ ਕੀਤਾ ਗਿਆ ਗਨਸ ਦੇ ਨਾਲ, ਤੇ ਉਦੋਂ ਤੱਕ ਤੋਲੋ ਲਿੰਕ ਦੀ ਲੜਾਈ ਚੱਲ ਰਹੀ ਸੀਗੀ, ਤੇ ਅਸੀਂ ਉਸ ਟਾਈਮ ਫਿਰ ਬਾਰਡਰ ਤੇ, ਵੈਸਟਰਨ ਬਾਰਡਰ ਤੇ ਅਸੀਂ ਜਾ ਕੇ ਲੱਗੇ ਸੀ। ਸਾਰੀ ਆਰਮੀ ਮੂਵ ਹੋ ਜਾਂਦੀ ਹੈ ਇਸ ਟਾਈਮ ਤੇ। ਅਸਲ ਦੇ ਵਿੱਚ ਸਰ ਕਹੀਏ ਕਿ ਵੈਸੇ ਤਾਂ 1971 ਦੀ ਲੜਾਈ ਵੀ ਹੋਈ ਸੀ, 1965 ਦੀ ਲੜਾਈ ਵੀ ਹੋਈ ਸੀ, ਕੀ ਅਸੀਂ ਜਿਹੜੇ ਦੋ ਵਾਰ ਸੀਗੇ ਉਹਨਾਂ ਤੋਂ ਕੀ ਕੁਝ ਸਿੱਖਿਆ ਸੀ ਜਿਹੜਾ ਅਸੀਂ ਉਸ ਚੀਜ਼ ਨੂੰ ਅਪਲਾਈ ਕਰ ਸਕੀਏ, ਕੀਤਾ ਅਸੀਂ 1999 ਦੇ ਵਿੱਚ? ਮੈਮ ਦੇਖੋ, 1971 ਵਾਰ ਤਾਂ ਇੱਕ ਐਸੀ ਮਿਸਾਲ ਹੈ ਜਿਹਦੇ ਤੇ ਅਸੀਂ ਮਤਲਬ ਕਿ ਪਤਾ ਨਹੀਂ ਕਿੰਨੇ ਸਾਲੋਂ ਬਾਅਦ ਕਹਿੰਦੇ ਕਿ ਇੰਡੀਆ ਨੇ ਐਸੀ ਵਿਕਟਰੀ ਹਾਸਿਲ ਕੀਤੀ ਸੀ ਜੀ, ਔਰ ਉਹ ਹੋਈ ਇਸ ਕਰਕੇ ਸੀ ਕਿਉਂਕਿ ਸਾਡੀ ਜਿਹੜੀ ਲੀਡਰਸ਼ਿਪ ਸੀਗੀ, ਸਾਡੇ ਜਿਹੜੇ ਆਫੀਸਰਸ ਸੀਗੇ, ਔਰ ਜੋ ਮਤਲਬ ਤਰੀਕਾ ਸੀ ਲੜਾਈ ਲੜਨ ਦਾ, ਜਿਹਨੂੰ ਅਸੀਂ ਮਨੂਵਰ ਵੀ ਕਹਿੰਦੇ ਆ, ਆਪਰੇਸ਼ਨਲ ਆਰਟ ਵੀ ਕਹਿੰਦੇ ਆ, ਉਹ ਬੜੇ ਅੱਛੇ ਤਰੀਕੇ ਨਾਲ ਉਹਨੂੰ ਅਪਲਾਈ ਕੀਤਾ ਗਿਆ ਸੀ ਆਪਣੇ ਬੰਗਲਾਦੇਸ਼ ਦੇ ਵਿੱਚ। ਔਰ ਪਲਾਨ ਨਹੀਂ ਸੀ ਕਿ ਇੰਨੀ ਜਲਦੀ ਢਾਕਾ ਜਿਹੜਾ ਔਰ ਗਿਰ ਜਾਏਗਾ और सरेंडर हो जाएगा जी, पर वो इस तरीके से हुआ क्योंकि इंडियन एयरफोर्स, इंडियन नेवी, इंडियन आर्मी ਤਿੰਨਾਂ ਨੇ ਇਕੱਠੇ ਕੰਮ ਕੀਤਾ। ਉਹ ਜਿਹੜਾ ਇਕੱਠਾ ਕੰਮ ਕਰਨ ਦਾ ਜਿਹੜਾ ਹੋ ਗਿਆ ਸੀ ਕੋਹੇਜਨ ਸੀਗਾ, ਔਰ ਬਟਾਲੀਅਨਸ ਦਾ ਜਿਹੜੀ ਆਪਣਾ ਕੋਹੇਜਨ ਇਹ ਹੌਲੀ ਹੌਲੀ ਇਵੋਲਵ ਹੁੰਦਾ ਰਹਿੰਦਾ ਹੈ, ਔਰ ਹਰ ਚੀਜ਼ 'ਚ ਇੰਪਰੂਵਮੈਂਟ ਆਉਂਦੀ ਹੈ, ਇਕਵਿਪਮੈਂਟ 'ਚ ਇੰਪਰੂਵਮੈਂਟ ਆਉਂਦੀ ਹੈ, ਟੈਕਟਿਕਸ 'ਚ ਇੰਪਰੂਵਮੈਂਟ ਆਉਂਦੀ ਹੈ, ਲੈਸਨ ਦੇਖੇ ਜਾਂਦੇ ਨੇ, ਪੜ੍ਹਾਈ ਕੀਤੀ ਜਾਂਦੀ ਹੈ, ਇੰਪਰੂਵ ਕਰਦੇ ਹੋ, ਪਰ ਐਂਡ ਆਫ ਦਾ ਡੇ ਬੰਦਾ ਜਿਹੜਾ ਉੱਥੇ ਹੁੰਦਾ ਉਹਦੇ ਉੱਤੇ ਹੁੰਦਾ ਜਿੰਨੀ ਉਹਦੀ ਜਾਨ ਹੈ, ਦਮ ਹੈ। ਪਹਾੜਾਂ ਤੇ ਤਾਂ ਉਹੀ ਚਾਹੀਦਾ ਹੈ, ਹੌਸਲਾ ਹੈ, ਸ਼ਹੀਦ ਹੋਣ ਦੇ ਲਈ ਤਿਆਰ ਹੋਏ ਬੰਦਾ, ਉਹ ਤਾਂ ਸਾਡੀ ਫੌਜ ਹੀ ਹੈ। ਜਿਹੜੇ ਇੰਨੇ ਅਫਸਰ ਕਿਸੇ ਆਰਮੀ ਦੇ ਰੇਸ਼ੋ 'ਚ ਨਹੀਂ ਮਰਦੇ, ਸੈਕਰੀਫਾਈਸ ਹੁੰਦੇ ਜਿੰਨੇ ਸਾਡੇ ਸ਼ਹੀਦ ਹੋਏ। ਯੰਗ ਅਫਸਰਸ ਸਾਰੇ 20-22 ਮੇਰੇ ਕੋਲ ਅਫਸਰ ਸੀਗੇ ਸਾਡੇ ਜਿਹੜੇ ਸ਼ਹੀਦ ਹੋਏ, ਕਿਉਂਕਿ ਸਭ ਤੋਂ ਅੱਗੇ ਉਹ ਚੱਲਦੇ ਸੀ ਜੀ। ਅਰੁਣ ਸਾਹਿਬ ਸੀਗੇ, ਵਿਸ਼ਵਨਾਥਨ ਮੇਰੇ ਦੋਸਤ ਸਭ ਤੋਂ ਉੱਪਰ ਅੱਗੇ ਗਏ ਸੀਗੇ, ਉਦੋਂ ਉਹਨਾਂ ਦੀ ਡੈਥ ਹੋਈ। ਠੀਕ ਹੈ ਸਰ, ਅਸੀਂ ਇੱਕ ਹੋਰ ਚੀਜ਼ ਵੀ ਦੇਖਦੇ ਹਾਂ, ਜਿਵੇਂ ਅਸੀਂ ਕੈਪਟਨ ਸੌਰਵ ਕਾਲੀਆ ਦੇ ਕੇਸ ਦੀ ਗੱਲ ਕਰੀਏ, ਅਕਸਰ ਅਜਿਹੇ ਬਥੇਰੇ ਕੇਸ ਨੇ ਜਿੱਥੇ ਹਲੇ ਵੀ ਪੇਰੈਂਟਸ ਲੜਾਈ ਲੜ ਰਹੇ ਹੈ ਕਿ ਉਹਨਾਂ ਦੇ ਜਿਹੜੇ ਮੋਰਟਲਸ ਹੈ ਐਟਲੀਸਟ ਉਹ ਤਾਂ ਵਾਪਸ ਕਰ ਦਿਓ,
ਪਾਕਿਸਤਾਨ ਦੇ ਨਾਲ। ਇਹ ਸਰ ਜਿਹੜੀਆਂ ਚੀਜ਼ਾਂ ਹੁੰਦੀਆਂ ਕੀ ਇਹ ਸਰਕਾਰੀ ਲੈਵਲ ਤੇ ਹੁੰਦੀਆਂ ਜਾਂ ਮਿਲਟਰੀ ਦੇ ਆਪਣੇ ਵੀ ਕੋਈ ਰੂਲਸ ਹੁੰਦੇ ਆ ਜਿਸ 'ਚ ਦੂਜੇ ਦੇਸ਼ ਦੀ ਫੌਜ ਦੇ ਨਾਲ ਸਾਂਠ-ਗਾਂਠ ਕਰਕੇ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਹ ਜਿਹੜੇ ਫੋਲੋ ਕੀਤੇ ਜਾਂਦੇ ਹੋਣ, ਚਾਹੇ ਉਹਨਾਂ ਦੇ ਜਿਹੜੇ ਜਵਾਨਾਂ ਦੀ ਡੈਡ ਬੋਡੀਜ਼ ਹੋਣ ਜਾਂ ਫਿਰ ਸਾਡੇ ਸ਼ਹੀਦਾਂ ਦੇ ਜਿਹੜੀ ਡੈਡ ਬੋਡੀਜ਼ ਹੋਣ ਇੱਥੇ ਲਾਉਣ ਦੇ ਲਈ? ਦੇਖੋ, ਜਿੱਥੇ ਤੱਕ ਇੰਡੀਅਨ ਆਰਮੀ ਦਾ ਸਵਾਲ ਹੈ, ਅਸੀਂ ਤਾਂ ਬੜੇ ਕਲੀਅਰ ਹਾਂ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਅਸੀਂ ਇਹ ਸਾਰੇ ਜੈਨੇਵਾ ਕਨਵੈਨਸ਼ਨ ਹੈ ਸਾਡੀ, ਜਿਹਦੇ ਵਿੱਚ ਪ੍ਰਿਜ਼ਨਰ ਵਾਰ ਨੂੰ ਟ੍ਰੀਟਮੈਂਟ ਦਾ ਪੂਰਾ ਰੂਲਸ ਹੈ, ਪਾਲਿਸੀ ਹੈ, ਜਿਹਨੂੰ ਅਸੀਂ ਮੰਨਦੇ ਹਾਂ। ਇੰਡੀਅਨ ਆਰਮੀ ਨੂੰ ਇੰਡੀਅਨ ਗਵਰਨਮੈਂਟ ਮੰਨਦੀ ਹੈ ਜੀ, ਤੇ ਅਸੀਂ ਤਾਂ ਬਹੁਤ ਕਸ਼ਮੀਰ 'ਚ ਅਸੀਂ ਇੰਨੀ ਦੇਰ ਰਹੇ ਹਾਂ। ਕਾਰਗਿਲ ਵਾਰ 'ਚ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਅਸੀਂ ਕਿਸੇ ਵੀ ਪ੍ਰਿਜ਼ਨਰ ਵਾਰ ਨੂੰ ਮਿਸਟ੍ਰੀਟ ਕਰੀਏ। ਸੌਰਵ ਕਾਲੀਆ ਦਾ ਕੇਸ ਤਾਂ ਐਕਸਟ੍ਰੀਮ ਸੀਗਾ, ਮਿਊਟੀਲੇਟਿਡ ਬਾਡੀ ਭੇਜੀ ਗਈ ਵਾਪਸ। ਅਸੀਂ ਤਾਂ ਉਹਨਾਂ ਦੇ ਸ਼ਹੀਦਾਂ ਨੂੰ ਵਾਪਸ ਕਰਨ ਲਈ ਹਾਲੀ ਪਰਸੋਂ ਪੜ ਰਹੇ ਸੀ ਕਿ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਆਪਣੇ ਜਵਾਨ ਵਾਪਸ ਲੈ ਜਾਓ, ਤਾਂ ਲੈਣ ਨੂੰ ਤਿਆਰ ਨਹੀਂ ਸੀਗੇ, ਕਿਉਂਕਿ ਉਹ ਕਹਿੰਦੇ ਨਹੀਂ ਇਹ ਮੁਜਾਹਿਦੀਨ ਹੈ, ਇਹ ਸਾਡੇ ਰੈਗੂਲਰ ਆਰਮੀ ਦੇ ਬੰਦੇ ਨਹੀਂ ਹੈ। ਤੇ ਉਹਨਾਂ ਨੂੰ ਉੱਥੇ ਹੀ ਦਫਨਾਇਆ ਗਿਆ, ਮੌਲਵੀ ਸਾਹਿਬ ਨੂੰ ਬੁਲਾ ਕੇ ਕਲਮਾ ਪੜ੍ਹ ਕੇ ਉੱਥੇ ਹੀ ਦਫਨਾਇਆ ਗਿਆ। ਔਰ ਬਾਅਦ 'ਚ ਜੇ ਕਿਸੇ ਨੂੰ ਚਾਹੀਦੀ ਸੀ ਬਾਡੀ, ਮੈਨੂੰ ਯਾਦ ਨਹੀਂ, ਉਨकी ਵਾਪਸ ਕੀਤੀ ਗਈ ਫਿਰ ਦੁਬਾਰਾ ਐਗਜ਼ਿਊਮ ਕਰਕੇ। ਪਰ ਉਹਨਾਂ ਨੇ ਕੀਤਾ। ਸੌਰਵ ਕਾਲੀਆ ਦਾ ਇੱਕ ਬੜਾ केस है, सामने केस है, और उन्होंने पता किया उन्होंने, और बड़ी गलत गल की बड़ा गुस्सा आता है। पर हम वैसी हरकत करते नहीं है। और वो पेरेंट्स बेचारे, इंडियन आर्मी, इंडियन गवर्नमेंट ने कितना जोर लगाया कि इसको जेनेवा में ले जाएं केस को और कोई आइडेंटिफाई करें किन्होंने किया था। पर आपको पता कैसे हमारे रिलेशन उनके साथ। सर ਅਸੀਂ ਵੈਸੇ ਤਾਂ ਇੰਡੀਅਨ ਆਰਮੀ ਬਹੁਤ ਬਾਰਡਰਸ ਤੇ ਸਰਵ ਕਰਦੀ ਹੈ, ਚਾਹੇ ਸਿੱਕਿਮ ਦਾ ਬਾਰਡਰ ਹੋਵੇ, ਨਾਰਥ ਈਸਟ ਦੇ ਵਿੱਚ ਹੈ, ਸਾਊਥ ਦੇ ਵਿੱਚ ਵੀ ਹੈ। ਲੇਕਿਨ ਸਰ ਕਸ਼ਮੀਰ ਦੇ ਇਸ਼ੂ ਨੂੰ ਬਹੁਤ ਜ਼ਿਆਦਾ ਅਸੀਂ ਦੇਖੀਏ ਤਾਂ ਇਹ ਬਹੁਤ ਗੰਭੀਰ ਵੀ ਰਹਿੰਦਾ ਹੈ ਤੇ ਹਮੇਸ਼ਾ ਇਹ ਕੰਟਰੋਵਰਸੀਜ਼ ਦੇ ਵਿੱਚ ਵੀ ਰਹਿੰਦਾ ਹੈ। ਆਖਿਰ ਕੀ ਕਾਰਨ ਹੈ? ਉੱਥੇ ਘੁਸਪੈਠ ਜ਼ਿਆਦਾ ਹੁੰਦਾ ਹੈ, ਇਹ ਕਾਰਨ ਹੈ ਜਾਂ ਹੋਰ ਵੀ ਕੋਈ ਤੁਹਾਨੂੰ ਇਸ਼ੂਜ਼ ਉੱਥੇ ਨਜ਼ਰ ਆਏ? ਘੁਸਪੈਠ ਤਾਂ ਉੱਥੇ 47-48 ਤੋਂ ਚੱਲ ਰਿਹਾ ਹੈ। ਜਦੋਂ आजादी तो बाद इमीडिएटली शुरू हो गया थी। अक्टूबर का पता ही ਤੁਹਾਨੂੰ अक्टूबर 1947 जी 27 अक्टूबर इंडियन आर्मी लैंड की थी जो कश्मीर के राजा हरी सिंह सीगे, उन्होंने साइन किया इंस्ट्रूमेंट ऑफ एक्सेशन। ਉਹਦੇ ਬਾਅਦ ਤੋਂ ਪਾਕਿਸਤਾਨ ਨੇ ਤਾਂ ਹਮੇਸ਼ਾ ਹੀ ਸੋਚਿਆ ਨਾ ਕਿ ਅਸੀਂ ਕਸ਼ਮੀਰ ਲੈ ਲਾਂਗੇ। ਪਹਿਲਾਂ ਤਾਂ ਉਹਨਾਂ ਨੂੰ ਸੀ ਕਿ ਬਾਈ ਫੋਰਸ ਲੈ ਲਾਂਗੇ, ਫਿਰ ਬਾਈ ਘੁਸਪੈਠ ਲੈ ਲਾਂਗੇ, ਫਿਰ 99 ਕਾਰਗਿਲ ਕਰਕੇ ਲੈ ਲਾਂਗੇ, ਹੁਣ ਹੋਰ ਤਰੀਕੇ ਨਾਲ ਲੈ ਲਾਂਗੇ। ਪਰ ਹੁਣ ਉਹ ਮੈਨੂੰ ਲੱਗਦਾ ਹੈ ਰਿਅਲਾਈਜ਼ ਕਰ ਰਹੇ ਨੇ ਕਿ ਇਹ ਫੋਰਸ ਨਾਲ ਤਾਂ ਹੋ ਨਹੀਂ ਸਕਦਾ, ਤੇ ਘੁਸਪੈਠ ਤਾਂ ਕੋਸ਼ਿਸ਼ ਕਰਦੇ ਨੇ। ਜਦ ਤੱਕ ਉਹਨਾਂ ਨੂੰ ਜਵਾਬ ਦਿੰਦੇ ਰਹੋਗੇ। ਹੁਣ ਤੁਸੀਂ ਅੱਜਕੱਲ ਹਾਲਾਤ ਬੜੇ ਅੱਛੇ ਨੇ ਕਸ਼ਮੀਰ ਦੇ, ਬਹੁਤ ਘੱਟ ਹੈ। ਕਿੰਨੇ ਸੁਣਦੇ ਹੋ ਤੁਸੀਂ? ਹੁੰਦੇ ਕਈ ਕੀ ਜ਼ਮਾਨਾ ਸੀ ਹਰ ਰੋਜ਼ ਇਨਫਿਲਟ੍ਰੇਸ਼ਨ ਹੁੰਦੀ ਸੀ, ਹਰ रोज होते इनकाउंटर्स होते थे। तो दौर आता है और मेरे को लगता है कि अभी हमारी सिचुएशन काफी अच्छी है और हमारे जो कश्मीर के वासी हैं उन्होंने भी समझ लिया है कि उनको अब देखो दोनों कंट्रीज की हालत देखो, कौन जाके रहना चाहता है पाकिस्तान में भी। ये सर 370 हटन तो बात तो लगता है मैं गया नहीं 370 हटने, बस सुनते हैं कि हाँ काफी फर्क पड़ा है, काफी टूरिज्म देख लो, कई लोग हो के आंदे ने बीच बीच कितने भी कोई ना कोई इंसीडेंट तो दुनिया कोई भी कितने कर सकता, ਉਹਦੀ ਕੋਈ ਇੰਨੀ ਇੰਪੋਰਟੈਂਸ ਨਹੀਂ ਹੁੰਦੀ। ਇੰਪੋਰਟੈਂਸ ਹੁੰਦੀ ਕਿ ਜਨਰਲ ਫੀਲਿੰਗ ਕੀ ਹੈ, ਫੀਅਰ ਹੈਗਾ, ਡਰ ਹੈਗਾ, ਉੱਥੇ ਪੁਲਿਸ ਦਾ ਅਥਾਰਟੀ ਹੈਗੀ ਹੈ, ਉਹ ਬੜੀ ਜ਼ਰੂਰੀ ਚੀਜ਼ਾਂ ਹੁੰਦੀਆਂ। ਨੌਜਵਾਨ ਪੀੜ੍ਹੀ ਸਰ ਹੁਣ ਆਰਮੀ ਵੱਲ ਬਹੁਤ ਘੱਟ ਅਸੀਂ ਦੇਖ ਰਹੇ ਹਾਂ। ਪੰਜਾਬੀ ਸਰ ਪਹਿਲਾਂ ਸਭ ਤੋਂ ਪਹਿਲਾਂ ਹੁੰਦੇ ਸੀ, ਹੁਣ ਬਹੁਤ ਘੱਟ ਹੋ ਗਏ ਨੇ। ਇਸ ਚੀਜ਼ ਨੂੰ ਤੁਸੀਂ ਮਹਿਸੂਸ ਕੀਤਾ ਹੋਣਾ ਹੈ ਤੇ ਕਿਸ ਚੀਜ਼ ਦੇ ਨਾਲ ਸਰ ਮੋਟੀਵੇਟ ਕਰੋਗੇ ਉਹਨਾਂ ਨੂੰ? ਦੇਖੋ ਐਸਾ ਹੈ, ਫੌਜੀ ਪਹਿਲਾਂ ਪੰਜਾਬ ਤੋਂ ਜਾਂਦੇ ਸੀ, ਕੋਈ ਨਹੀਂ। ਇੱਕ ਤਾਂ ਸਾਡੀ ਰੇਸ਼ੋ ਫਿਕਸਡ, ਇਟਸ ਅ ਮੇਲ ਰਿਕਰੂਟੇਬਲ ਪੋਪੂਲੇਸ਼ਨ ਹੁੰਦੀ ਹੈ, ਜਿੰਨੀ ਪੋਪੂਲੇਸ਼ਨ ਤੁਹਾਡੀ ਉਨੇ ਹੀ ਤੁਹਾਡੇ ਲੋਅਰ ਰੈਂਕ ਜਵਾਨ ਭਰਤੀ ਹੋਣਗੇ। ਔਰ ਆਫਸਰਸ ਲਈ ਓਪਨ ਕੰਪੀਟੀਸ਼ਨ ਹੁੰਦਾ ਜੀ। ਜਵਾਨ ਜਿੰਨੇ ਜਾਣੇ ਚਾਹੀਦੇ ਨੇ ਉਹ ਤਾਂ ਪੂਰੇ ਹੋ ਜਾਂਦੇ ਨੇ ਸਾਡੇ, ਜਿੰਨੇ ਹੋਣੇ ਚਾਹੀਦੇ ਵੀ ਉਹਨੇ ਕੁਆਲੀਫਾਈ ਕਰ ਜਾਂਦੇ ਨੇ। ਪਰ ਯੈਸ ਬਾਕੀ ਹੋਰ ਜਿਹੜੇ ਜਾਣਾ ਇੰਨੇ ਜ਼ਿਆਦਾ ਹੈ ਨਹੀਂ ਜਿਹੜੇ ਜਾਣਾ ਚਾਹੁੰਦੇ, ਕਿਉਂਕਿ ਬਾਹਰ ਬਹੁਤ ਜਾਂਦੇ ਨੇ, ਤੁਹਾਨੂੰ ਪਤਾ ਹੈ। ਤਾਂ ਆਫਸਰਸ ਦਾ ਜੋ ਹੈ ਹੁਣ ਪਿੱਛੇ ਇੱਥੇ 2 ਅਕੈਡਮੀਜ਼ ਚੱਲਦੀਆਂ ਨੇ, ਮੋਹਾਲੀ ਗਵਰਨਮੈਂਟ ਦੀ ਅਕੈਡਮੀ ਹੈ ਮਹਾਰਾਜਾ ਰਣਜੀਤ ਸਿੰਘ ਤੇ ਮਾਈ ਭਾਗੋ। ਤੇ इफ यू सी द रेशो कि कितने जाते हैं हर पासिंग आउट में, आप देखा करो तो 240 मेरा ख्याल करीब तो 16 करीब तो एनडीए और नेवल अकेडमी में महाराजा रणजीत सिंह अकेडमी तो गए ने पिछले 5-6 साल मैंने तो याद है। और क्वालिफाई करने के लिए थोड़ा मेहनत चाहिए,
बच्चे यहाँ भी बड़े पढ़ते हैं, आते हैं, इसके लिए टेस्ट भी देते हैं, पर मेहनत नहीं करते। ਕੁੜੀਆਂ ਵੀ ਅੱਗੇ ਆ ਰਹੀਆਂ ਸਰ। ਕੁੜੀਆਂ ਹੁਣ ਇੱਥੇ ਮਾਈ ਭਾਗੋ ਚੋਂ ਕੁਆਲੀਫਾਈ ਹੋ ਰਹੀਆਂ ਨੇ, ਪਰ ਕੁੜੀਆਂ ਦੀ ਵੈਕੈਂਸੀਆਂ ਬੜੀਆਂ ਘੱਟ ਹੁੰਦੀਆਂ ਨੇ, ਉਹ ਜ਼ਿਆਦਾ ਹੁੰਦੀਆਂ ਨੇ तो मेरिट बड़ी हाई चली जाती है। जैसे मैं हमारे घर में, मेरा बेटा भी आर्मी में है, अच्छा, तो कई हैं हमारे फ्रेंड्स जो हैं ऑफिसर्स, पर जो आप पहले देखते थे उतने नहीं हो सकते, क्योंकि इंडिया में अभी हर स्टेट से आते हैं, कंपटीशन होना ही बात क्या। पॉपुलेशन देखो तुम 300 मेरे ख्याल 18 या 20 वैकेंसियां होती है ना सारी इंडिया दी, 10 लाख बंदा पेयर होता। तो अगर आप कंपटीशन में जाओगे, पढ़ाई करोगे तभी है, पढ़ने तभी तो एकेडमी चल रही है। ठीक है, एक सर मैं आखिरी सवाल ਤੁਹਾਡੇ ਤੋਂ ਲਵਾਂਗੀ। ਅਸੀਂ ਰਿਲੇਸ਼ਨਸ ਦੀ ਗੱਲ ਕਰਦੇ ਹਾਂ, ਭਾਰਤ ਪਾਕਿਸਤਾਨ ਦੇ ਰਿਲੇਸ਼ਨ ਤੇ ਕਿਸ ਤਰੀਕੇ ਨਾਲ ਅਸੀਂ ਸਾਰੇ ਜਾਣਦੇ ਹਾਂ। ਚਾਈਨਾ ਦੇ ਨਾਲ ਜਿਹੜੇ ਰਿਲੇਸ਼ਨਸ ਹੈ ਉਸ ਨੂੰ ਬਿਹਤਰ ਕੀਤਾ ਜਾ ਸਕਦਾ ਹੈ ਜਾਂ ਕੀ ਸਰਵਿਸ ਦਾ ਲੱਗਦਾ ਹੈ ਤੁਹਾਨੂੰ ਕੀ ਸੋਲੂਸ਼ਨ ਹੈਗਾ? ਕਿਉਂਕਿ ਅਸੀਂ ਉੱਥੇ ਦੀ ਵੀਡੀਓਜ਼ ਹੀ ਦੇਖਦੇ ਹਾਂ, ਸਿਆਚਨ ਦੀ ਗੱਲ ਕਰੀਏ ਅਸੀਂ ਬਥੇਰੇ ਵੀਡੀਓਜ਼ ਦੇਖੇ ਇਸ ਪਾਸੇ ਵੀ ਤੇ ਨਾਰਥ ਈਸਟ ਦੇ ਸਾਈਡ ਵੀ। जो चाइना के साथ प्रॉब्लम हमारी सिर्फ और कोई नहीं है, बॉर्डर डिमार्केशन की है। ਅਸੀਂ ਕਹਿੰਦੇ ਹਾਂ ਮੈਕਮੋਨ ਲਾਈਨ ਜਿਹੜਾ ਬ੍ਰਿਟਿਸ਼ਰਸ ਨੇ ਫਾਈਨਲ ਕੀਤੀ ਸੀ ਉਦੋਂ, ਉਹ ਮੰਨੀ ਜਾਂਦੀ ਹੈ ਦੁਨੀਆ 'ਚ ਵੀ, ਉਹ ਸਾਡਾ ਬਾਰਡਰ ਹੈ, ਵਾਟਰਸ਼ੈਡ ਵੀ ਕਹਿੰਦੇ ਆ ਉਹਨੂੰ, ਮੈਕਮੋਨ ਲਾਈਨ ਵੀ ਹੈ। 62 'ਚ ਗੜਬੜ ਹੋਈ ਥੋੜੀ, ਔਰ ਉਸ ਤੋਂ ਬਾਅਦ ਇੱਕ ਪਰਸੈਪਸ਼ਨ ਹੈ ਵੀ ਉਹ ਕੀ ਸਮਝਦੇ ਤੇ ਅਸੀਂ ਕੀ ਸਮਝਦੇ ਆ, ਉਹਨੂੰ ਦੇਖ ਕੇ ਚੱਲ ਰਹਾ था। ਪਰ ਪਿਛਲੇ ਕੁਝ ਸਾਲਾਂ ਤੋਂ ਤੁਹਾਨੂੰ ਪਤਾ ਹੀ, ਜਦੋਂ ਗਲਵਾਨ ਦਾ ਇੰਸੀਡੈਂਟ ਹੋਇਆ ਉਸ ਤੋਂ ਪਹਿਲਾਂ ਤੇ ਬਾਅਦ, ਤੇ ਉਹਨਾਂ ਨੇ ਥੋੜਾ ਐਗਰੈਸ਼ਨ ਦਿਖਾਇਆ, ਪੈਟਰੋਲਿੰਗ ਸਾਰਿਆਂ 'ਚ ਸਟਰਕਚਰਸ ਬਣਾਉਣੇ ਸ਼ੁਰੂ ਕਰਤੇ। ਫੌਜਾਂ ਆਪਣੇ ਜਿਹੜਾ ਤਿੱਬਤ ਦਾ ਉਹਨੂੰ ਵੈਸਟਰਨ ਕਮਾਂਡ ਉਹਨਾਂ ਦੀ ਹੈ, ਵੈਸਟਰਨ ਥੀਏਟਰ, ਉਹਦੇ 'ਚ ਉਹਨਾਂ ਨੇ ਕਾਫੀ ਆਪਣੇ ਮੋਬਿਲਾਈਜੇਸ਼ਨ ਕੀਤੀ, ਐਕਸਰਸਾਈਜ਼ ਕੀਤੀਆਂ। ਤੇ ਐਂ ਲੱਗਿਆ ਵੀ ਉਹ ਇਹਨੂੰ ਥੋੜਾ ਇਸ ਏਰੀਆ ਨੂੰ ਥੋੜਾ ਗਰਮਾਹਟ ਦੇਣਾ ਚਾਹੁੰਦੇ ਨੇ ਖੁਦ। ਪਰ ਜਿਸ ਤਰੀਕੇ ਨਾਲ ਅਸੀਂ ਡਟੇ ਹੋਏ ਹਾਂ ਹੁਣ, ਉੱਥੇ ਅਸੀਂ ਵੀ ਮੂਵ ਕਰਤੇ, ਸਾਰੇ ਤੁਸੀਂ ਸੁਣਿਆ ਹੀ ਹੋਣਾ, ਜਿੱਦਾਂ ਅੱਜ ਕੱਲ੍ਹ ਵੀ ਮੀਟਿੰਗਸ ਹੁੰਦੀਆਂ ਰਹਿੰਦੀਆਂ। ਕੱਲ ਵੀ ਮੇਰਾ ਖਿਆਲ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਨਾਂ ਦੇ ਉਹ ਕਾਊਂਟਰ ਪਾਰਟ ਨੂੰ ਮਿਲੇ ਆ ਆਪਣੇ, ਤੇ ਚਾਈਨਾ ਨੇ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਰਿਅਲਾਈਜ਼ ਕੀਤਾ ਹੈ ਕਿ ਇਹ ਉਹਨਾਂ ਨੇ ਗਲਤੀ ਕੀਤੀ ਹੈ। ਤੇ ਮੈਨੂੰ ਉਮੀਦ ਹੈ ਕਿ ਫਰਕ ਤਾਂ ਇੰਨਾ ਹੀ ਪੈਂਦਾ ਕਿ ਹੁਣ ਦੇਖੋ ਅਸੀਂ ਇੰਨੇ ਤੁਹਾਡੇ ਵੀ ਬੰਦੇ ਉੱਥੇ ਲੱਗੇ ਹੋਏ ਨੇ, ਸਰਦੀਆਂ 'ਚ ਉਹਨਾਂ ਦੇ ਵੀ ਲੱਗੇ ਹੋਏ, ਖਰਚਾ, ਹੈਲਥ ਇਸ਼ੂਜ਼, ਅਦਰ ਸਭ ਕੁਝ ਆਉਂਦਾ, ਤੇ ਰਿਅਲਾਈਜ਼ ਕਰਨਾ ਚਾਹੀਦਾ। ਮੈਨੂੰ ਉਮੀਦ ਹੈ ਕਿ ਸ਼ਾਇਦ ਜਿਹੜੇ 2-4 ਪੁਆਇੰਟਸ ਰਹਿ ਗਏ ਨੇ ਡਿਸਐਗਰੀਮੈਂਟ ਦੇ, ਉਹ ਵੀ ਰਿਜ਼ੋਲਵ ਹੋ ਜਾਣਗੇ। ਪਾਲਿਸੀਜ਼ ਹੁੰਦੀਆਂ ਨੇ, ਉਹਨਾਂ ਦੀ ਹੈ ਪਾਲਿਸੀ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਭਾਰਤ ਦੇ ਜਿਹੜੇ ਵੀ ਰਿਲੇਸ਼ਨਸ ਰਹੇ ਨੇ ਦੂਜੇ ਸੂਬਿਆਂ ਦੇ, ਤੁਸੀਂ ਜਿਹੜੇ ਕੰਟਰੀਜ਼ ਦੇ ਨਾਲ, ਤੇ ਦੂਜੇ ਪਾਸੇ ਵਾਰ ਦੇ ਟਾਈਮ ਕੀ ਕੁਝ ਸਿਚੁਏਸ਼ਨ ਰਹਿੰਦੀ ਹੈ, ਤੁਸੀਂ ਸਾਨੂੰ ਦੱਸਿਆ। ਬਹੁਤ ਬਹੁਤ ਧੰਨਵਾਦ ਸਰ। ਤੇ ਇਹ ਸੀਗੇ ਸਾਡੇ ਨਾਲ ਰਿਟਾਇਰਡ ਬ੍ਰਿਗੇਡੀਅਰ JS ਅਰੋੜਾ, ਜਿਨ੍ਹਾਂ ਨੇ ਦੱਸਿਆ ਕਿ ਉਸ ਵੇਲੇ ਕੀ ਹਾਲਾਤ ਸੀਗੇ ਕਾਰਗਿਲ ਦੇ ਵਿੱਚ। ਹਾਲਾਂਕਿ ਜਿਹੜੇ ਜਵਾਨ ਸੀਗੇ ਉਹ ਇਸ ਤਰੀਕੇ ਜਿਹੜੀ ਕੰਡੀਸ਼ਨ ਸੀਗੀ ਉੱਥੇ ਫਿਰ ਵੀ ਖੜੇ ਸੀਗੇ। ਉੱਥੇ ਵਾਰ ਦੇ ਵਿੱਚ ਉਹਨਾਂ ਨੇ ਕਈਆਂ ਨੇ ਸ਼ਹਾਦਤ ਦਿੱਤੀ, ਕਈ ਜਿਹੜੇ ਜਿੱਤ ਕੇ ਵਾਪਸ ਵੀ ਆਏ। ਲੇਕਿਨ ਇਸ ਦਿਨ ਨੂੰ ਸਾਨੂੰ ਸਿਰਫ ਇੱਕ ਦਿਨ ਨਹੀਂ ਯਾਦ ਕਰਨਾ ਚਾਹੀਦਾ ਹੈ, ਬਲਕਿ ਹਰ ਰੋਜ਼ ਉਸ ਚੀਜ਼ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ। ਉਹਨਾਂ ਜਵਾਨਾਂ ਦੀ ਜਿਹੜੀ ਸ਼ਹਾਦਤ ਦੀ ਇੱਕ ਰਿਸਪੈਕਟ ਕਰਨੀ ਚਾਹੀਦੀ ਹੈ, ਤੇ ਹਮੇਸ਼ਾ ਉਸ ਰਿਸਪੈਕਟ ਨੂੰ ਜਿਹੜਾ ਹੈ ਅਸੀਂ ਆਪਣੇ ਦਿਲ ਦੇ ਵਿੱਚ ਰੱਖੀਏ, ਕਿਉਂਕਿ ਜੇਕਰ ਭਾਰਤੀ ਫੌਜ ਨਹੀਂ ਹੈ ਤੇ ਅਸੀਂ ਕਿਤੇ ਵੀ ਸੁਰੱਖਿਅਤ ਆਪਣੇ ਆਪ ਨੂੰ ਭਾਰਤ ਦੇ ਵਿੱਚ ਮਹਿਸੂਸ ਨਹੀਂ ਕਰ ਸਕਦੇ। ਕੈਮਰਾ ਪਰਸਨ ਅਮਿਤ ਦੇ ਨਾਲ ਪੂਜਾ ਵਰਮਾ, ਸਾਂਝਾ TV, ਚੰਡੀਗੜ੍ਹ।